मैं अपनी ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ ਸੀ। ਮੇਰਾ ਪਤੀ ਤੇ ਸੱਸ ਬਹੁਤ ਚੰਗੇ ਸੀ ਤੇ ਮੈਨੂੰ ਬਹੁਤ ਪਿਆਰ ਕਰਦੇ ਸੀ। ਮੇਰੀ ਸੱਸ ਹਰ ਰੋਜ਼ ਮੈਨੂੰ ਦੁੱਧ ਵਿੱਚ ਕੁਝ ਮਿਲਾ ਕੇ ਪਿਲਾ ਦਿੰਦੀ ਸੀ, ਜਿਸ ਤੋਂ ਬਾਅਦ ਮੈਨੂੰ ਬਹੁਤ ਨੀਂਦ ਆ ਜਾਂਦੀ ਸੀ। ਫਿਰ ਇੱਕ ਦਿਨ ਮੈਂ ਆਪਣੀ ਸੱਸ ਦਾ ਧਿਆਨ ਕਿਸੇ ਹੋਰ ਪਟਾ ਕੇ ਦੁੱਧ ਨਹੀਂ ਪੀਤਾ ਤੇ ਇਸ ਤੋਂ ਬਾਅਦ ਜੋ ਮੈਂ ਦੇਖਿਆ ਉਹ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੇਰਾ ਨਾਮ ਰਜਨੀ ਹੈ ਤੇ ਮੇਰੇ ਘਰ ਵਿੱਚ ਬਹੁਤ ਗਰੀਬੀ ਸੀ। ਮੈਂ ਹਜੇ 20 ਸਾਲ ਦੀ ਹੀ ਹੋਈ ਸੀ ਕਿ ਮੇਰੇ ਘਰਦਿਆਂ ਨੂੰ ਮੇਰੇ ਵਿਆਹ ਦੀ ਫਿਕਰ ਹੋਣ ਲੱਗ ਪਈ। ਮੇਰੇ ਲਈ ਬਹੁਤ ਰਿਸ਼ਤੇ ਆਉਂਦੇ ਸੀ ਕਿਉਂਕਿ ਮੈਂ ਬਹੁਤ ਖੂਬਸੂਰਤ ਸੀ। ਘਰ ਵਿੱਚ ਗਰੀਬੀ ਹੋਣ ਕਰਕੇ ਕੋਈ ਵੀ ਰਿਸ਼ਤਾ ਸਿਰੇ ਨਹੀਂ ਚੜ੍ਹਦਾ ਸੀ ਕਿਉਂਕਿ ਹਰ ਕੋਈ ਦਹੇਜ ਦੀ ਮੰਗ ਕਰਦਾ ਸੀ। ਫਿਰ ਕੁਝ ਹੀ ਦਿਨ ਬਾਅਦ ਇੱਕ ਰਾਜੀਵ ਨਾਮ ਦੇ ਮੁੰਡੇ ਦਾ ਰਿਸ਼ਤਾ ਆਇਆ, ਜਿਨ੍ਹਾਂ ਦੀ ਕੋਈ ਸ਼ਰਤ ਨਹੀਂ ਸੀ ਤੇ ਘਰ ਬਾਹਰ ਵੀ ਬਹੁਤ ਵਧੀਆ ਸੀ ਤੇ ਪਰਿਵਾਰ ਵਿੱਚ ਸਿਰਫ ਮੁੰਡਾ ਤੇ ਉਸ ਦੀ ਮੰਮੀ ਸੀ। ਫਿਰ ਮੇਰੇ ਘਰ ਵਾਲਿਆਂ ਨੇ ਵਿਆਹ ਲਈ ਹਾਂ ਕਰ ਦਿੱਤੀ। ਇੱਕ ਹਫ਼ਤੇ ਬਾਅਦ ਹੀ ਸਾਡਾ ਵਿਆਹ ਹੋ ਗਿਆ। ਜਦੋਂ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਗਈ ਤਾਂ ਇੰਨੀ ਸੋਹਣੀ ਤੇ ਆਲੀਸ਼ਾਨ ਕੋਠੀ ਵੇਖ ਕੇ ਮੈਂ ਬਹੁਤ ਖੁਸ਼ ਹੋਈ। ਮੇਰਾ ਕਮਰਾ ਉਸ ਤੋਂ ਵੀ ਜ਼ਿਆਦਾ ਸੋਹਣਾ ਸੀ। ਮੈਂ ਬਹੁਤ ਖੁਸ਼ ਸੀ ਕਿਉਂਕਿ ਮੇਰਾ ਪਤੀ ਤੇ ਸੱਸ ਦੋਨੋਂ ਹੀ ਮੈਨੂੰ ਬਹੁਤ ਪਿਆਰ ਕਰਦੇ ਸੀ। ਮੇਰੀ ਸੱਸ ਘਰ ਦਾ ਸਾਰਾ ਕੰਮ ਆਪ ਹੀ ਕਰ ਲੈਂਦੀ ਸੀ। ਮੈਨੂੰ ਕੋਈ ਕੰਮ ਕਰਨ ਲਈ ਨਹੀਂ ਕਹਿੰਦੀ ਸੀ। ਰਾਜੀਵ ਹਰ ਰੋਜ਼ ਕੰਮ 'ਤੇ ਜਾਂਦੇ ਸੀ ਤੇ ਉਹਨਾਂ ਦੀ ਰੋਟੀ ਵੀ ਮੇਰੀ ਸੱਸ ਟਾਈਮ ਨਾਲ ਉੱਠ ਕੇ ਬਣਾ ਦਿੰਦੇ ਸੀ ਤੇ ਮੈਨੂੰ ਕਹਿੰਦੇ ਸੀ ਤੂੰ ਆਰਾਮ ਕਰਿਆ ਕਰ। ਕੁਝ ਟਾਈਮ ਬਾਅਦ ਹੀ ਮੈਂ ਪ੍ਰੈਗਨੈਂਟ ਹੋ ਗਈ ਤੇ ਫਿਰ ਮੇਰੀ ਸੱਸ ਮੇਰਾ ਹੋਰ ਵੀ ਜ਼ਿਆਦਾ ਕਰਨ ਲੱਗੀ। ਰੋਟੀ ਪਾਣੀ ਤੋਂ ਲੈ ਕੇ ਦਵਾਈ ਤੱਕ ਉਹ ਸਭ ਕੁਝ ਮੈਨੂੰ ਆਪ ਬੈਠ ਕੇ ਹੀ ਦਿੰਦੀ। ਅਚਾਨਕ ਕੁਝ ਦਿਨਾਂ ਬਾਅਦ ਮੇਰੇ ਬਹੁਤ ਦਰਦ ਹੋਈ ਤੇ ਮੇਰਾ ਬੱਚਾ ਪੇਟ ਵਿੱਚ ਹੀ ਪੂਰਾ ਹੋ ਗਿਆ ਤੇ ਇਸ ਤੋਂ ਬਾਅਦ ਮੈਂ ਬਹੁਤ ਉਦਾਸ ਰਹਿਣ ਲੱਗ ਗਈ। ਫਿਰ ਮੈਨੂੰ ਰਾਜੀਵ ਨੇ ਹੌਸਲਾ ਦਿੰਦੇ ਹੋਏ ਕਿਹਾ ਕਿ ਇਹ ਸਭ ਕੁਝ ਸਹੀ ਹੋ ਜਾਣਾ ਬਹੁਤਾ ਸੋਚੀਦਾ ਨਹੀਂ ਹੁੰਦਾ। ਕੁਝ ਟਾਈਮ ਬਾਅਦ ਮੈਂ ਫਿਰ ਪ੍ਰੈਗਨੈਂਟ ਹੋ ਗਈ, ਪਰ ਇਸ ਵਾਰ ਵੀ ਪਹਿਲਾਂ ਦੀ ਤਰ੍ਹਾਂ ਹੀ ਹੋਇਆ। ਮੇਰਾ ਬੱਚਾ ਇਸ ਦੁਨੀਆ 'ਤੇ ਆਉਣ ਤੋਂ ਪਹਿਲਾਂ ਹੀ ਮੈਨੂੰ ਛੱਡ ਕੇ ਚਲਾ ਗਿਆ। ਮੇਰੇ ਨਾਲ 4 ਵਾਰ ਇਸ ਤਰ੍ਹਾਂ ਹੋਇਆ। ਮੈਂ ਹੁਣ ਬਹੁਤ ਜ਼ਿਆਦਾ ਉਦਾਸ ਬਿਮਾਰ ਰਹਿਣ ਲੱਗ ਗਈ ਸੀ। ਮੇਰੇ ਵਿੱਚ ਉੱਠਣ ਦੀ ਵੀ ਹਿੰਮਤ ਨਹੀਂ ਸੀ ਰਹੀ। ਪਰ ਇੱਕ ਗੱਲ ਇਹ ਸੀ ਕਿ ਮੈਂ ਜਦੋਂ ਵੀ ਬਿਮਾਰ ਹੁੰਦੀ ਤਾਂ ਮੇਰੀ ਸੱਸ ਆਪ ਹੀ ਦਵਾਈ ਲੈ ਕੇ ਆਉਂਦੀ ਤੇ ਮੈਨੂੰ ਕਹਿੰਦੀ ਤੂੰ ਘਰੇ ਰਹਿ, ਕਿਉਂ ਐਵੇਂ ਪਰੇਸ਼ਾਨ ਹੋਣਾ, ਜ਼ਮਾਨਾ ਬਹੁਤ ਖਰਾਬ ਆ। ਮੈਨੂੰ ਇਹ ਗੱਲ ਕੁਝ ਠੀਕ ਨਹੀਂ ਲੱਗ ਰਹੀ ਸੀ। ਉਹ ਮੈਨੂੰ ਹਰ ਰੋਜ਼ ਰਾਤ ਨੂੰ ਦੁੱਧ ਨਾਲ ਦਵਾਈ ਦਿੰਦੀ ਸੀ, ਜਿਸ ਤੋਂ ਬਾਅਦ ਮੈਨੂੰ ਬਹੁਤ ਨੀਂਦ ਆ ਜਾਂਦੀ ਸੀ ਤੇ ਸਿੱਧਾ ਸਵੇਰੇ ਅੱਖ ਖੁੱਲ੍ਹਦੀ ਸੀ। ਇੱਕ ਦਿਨ ਅਚਾਨਕ ਮੇਰੀ ਨੀਂਦ ਖੁੱਲ੍ਹ ਗਈ ਤੇ ਮੈਂ ਪਾਣੀ ਪੀਣ ਲਈ ਬਾਹਰ ਗਈ ਤਾਂ ਮੇਰੀ ਸੱਸ ਦੇ ਕਮਰੇ ਵਿੱਚੋਂ ਹੱਸਣ ਦੀ ਆਵਾਜ਼ ਆ ਰਹੀ ਸੀ। ਜਦੋਂ ਮੈਂ ਕੋਲ ਜਾ ਕੇ ਸੁਣਿਆ ਤਾਂ ਇਹ ਆਵਾਜ਼ ਮੇਰੀ ਸੱਸ ਦੀ ਸੀ ਤੇ ਫਿਰ ਉਸੇ ਕਮਰੇ ਵਿੱਚੋਂ ਮੇਰੇ ਪਤੀ ਦੀ ਆਵਾਜ਼ ਆਈ ਕਿ ਹੌਲੀ ਹੱਸ, ਰਜਨੀ ਉੱਠ ਜਾਏਗੀ। ਫਿਰ ਮੇਰੀ ਸੱਸ ਨੇ ਕਿਹਾ ਉਸ ਦੀ ਫਿਕਰ ਕਰਨ ਦੀ ਲੋੜ ਨਹੀਂ, ਉਹਨੂੰ ਮੈਂ ਨੀਂਦ ਦੀਆਂ ਗੋਲੀਆਂ ਦੇ ਕੇ ਆਈ ਹਾਂ। ਇਹ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਮੇਰੇ ਨਾਲ ਕੀ ਹੋ ਰਿਹਾ। ਫਿਰ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ ਤਾਂ ਮੈਂ ਆਪਣੇ ਕਮਰੇ ਵਿੱਚ ਚਲੇ ਗਈ। ਅਗਲੇ ਦਿਨ ਜਦੋਂ ਸਵੇਰ ਹੋਈ ਤਾਂ ਮੈਂ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣ ਦਿੱਤਾ ਕਿ ਮੈਂ ਰਾਤ ਦੀਆਂ ਗੱਲਾਂ ਸੁਣੀਆਂ। ਮੈਂ ਸੋਚ ਲਿਆ ਸੀ ਕਿ ਅੱਜ ਰਾਤ ਸਾਰੇ ਸੱਚ ਦਾ ਪਤਾ ਕਰਕੇ ਹੀ ਰਹਿਣਾ। ਜਦੋਂ ਰਾਤ ਨੂੰ ਮੇਰੀ ਸੱਸ ਦੁੱਧ ਨਾਲ ਦਵਾਈ ਲੈ ਕੇ ਆਈ ਤਾਂ ਮੈਂ ਉਸ ਦਾ ਧਿਆਨ ਹੋਰ ਪਾਸੇ ਵਟਾ ਕੇ ਦਵਾਈ ਸਰਹਾਣੇ ਪਿੱਛੇ ਲੁਕੋ ਦਿੱਤੀ ਤੇ ਇਸ ਤਰ੍ਹਾਂ ਜਤਾਇਆ ਕਿ ਮੈਂ ਦਵਾਈ ਖਾ ਲਈ ਹੈ ਤੇ ਫਿਰ ਉਹ ਉੱਠ ਕੇ ਚਲੇ ਗਈ। ਕੁਝ ਟਾਈਮ ਬਾਅਦ ਜਦੋਂ ਮੈਂ ਉੱਠ ਕੇ ਬਾਹਰ ਗਈ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਹੋਸ਼ ਉੱਡ ਗਏ। ਰਾਜੀਵ ਮੇਰੀ ਸੱਸ ਨੂੰ ਕਹਿ ਰਹੇ ਸੀ ਕਿ ਸੁਨੀਤਾ ਆਪਣੇ ਦੋਨਾਂ ਦੇ ਬੱਚਾ ਨਹੀਂ ਹੋ ਰਿਹਾ ਸੀ, ਇਸ ਲਈ ਤੂੰ ਮੇਰਾ ਵਿਆਹ ਰਜਨੀ ਨਾਲ ਕਰਵਾਇਆ ਸੀ ਕਿ ਉਹ ਮੈਨੂੰ ਬੱਚਾ ਪੈਦਾ ਕਰਕੇ ਦੇਵੇਗੀ, ਪਰ ਹੁਣ ਤਾਂ ਉਹ ਵੀ ਮਾਂ ਨਹੀਂ ਬਣ ਸਕਦੀ ਤੇ ਮੈਂ ਸਾਰੀ ਉਮਰ ਬੇਔਲਾਦ ਨਹੀਂ ਰਹਿਣਾ ਚਾਹੁੰਦਾ। ਫਿਰ ਸੁਨੀਤਾ ਬੋਲੀ ਕਿ ਤੁਸੀਂ ਟੈਨਸ਼ਨ ਨਾ ਲਵੋ, ਮੈਂ ਤੁਹਾਡਾ ਵਿਆਹ ਕਿਸੇ ਹੋਰ ਸੋਹਣੀ ਕੁੜੀ ਨਾਲ ਕਰਵਾ ਦੇਵਾਂਗੀ। ਇਹ ਰਜਨੀ ਨੇ ਤਾਂ ਵੈਸੇ ਵੀ ਹੋਰ ਥੋੜ੍ਹੇ ਸਮੇਂ ਤੱਕ ਮਰ ਹੀ ਜਾਣਾ। ਮੇਰੀਆਂ ਦਿੱਤੀਆਂ ਦਵਾਈਆਂ ਨਾਲ ਉਹ ਬਹੁਤ ਟਾਈਮ ਨਹੀਂ ਬਚ ਸਕਦੀ।
ਇਹ ਸਭ ਸੁਣ ਕੇ ਮੇਰੇ ਤਾਂ ਪੈਰਾਂ ਥੱਲੋਂ ਜਿਵੇਂ ਜ਼ਮੀਨ ਹੀ ਨਿਕਲ ਗਈ ਸੀ ਕਿ ਜਿਸ ਨੂੰ ਮੈਂ ਆਪਣੀ ਸੱਸ ਸਮਝਦੀ ਸੀ ਉਹ ਤਾਂ ਮੇਰੇ ਪਤੀ ਦੀ ਘਰਵਾਲੀ ਸੀ ਤੇ ਮੈਨੂੰ ਮਾਰਨਾ ਚਾਹੁੰਦੀ ਸੀ। ਮੇਰੀ ਸਾਰੀ ਰਾਤ ਇਹਨਾਂ ਸੋਚਾਂ ਵਿੱਚ ਹੀ ਨਿਕਲ ਗਈ ਸੀ ਕਿ ਜਦੋਂ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਸੀ ਤਾਂ ਕਿੰਨੀ ਜ਼ਿਆਦਾ ਖੁਸ਼ ਸੀ ਤੇ ਹੁਣ ਮੇਰੇ ਨਾਲ ਇਹ ਸਭ ਕਿਉਂ ਹੋ ਰਿਹਾ ਹੈ। ਫਿਰ ਮੈਂ ਅਗਲੀ ਸਵੇਰ ਸੋਚ ਲਿਆ ਕਿ ਮਰ ਤਾਂ ਮੈਂ ਜਾਣਾ ਹੀ ਹੈ, ਪਰ ਉਸ ਤੋਂ ਪਹਿਲਾਂ ਮੈਂ ਸੁਨੀਤਾ ਨੂੰ ਪੁੱਛ ਕੇ ਰਹਿਣਾ ਕਿ ਉਹਨਾਂ ਨੇ ਮੇਰੇ ਨਾਲ ਇਹ ਸਭ ਕਿਉਂ ਕੀਤਾ। ਮੈਂ ਸੁਨੀਤਾ ਦੇ ਕਮਰੇ ਵਿੱਚ ਗਈ ਤੇ ਉਸ ਨੂੰ ਕਿਹਾ ਕਿ ਤੂੰ ਮੇਰੀ ਸੱਸ ਨਹੀਂ, ਰਾਜੀਵ ਦੀ ਪਤਨੀ ਆ। ਮੇਰੇ ਨਾਲ ਇਹ ਧੋਖਾ ਕਿਉਂ ਕੀਤਾ। ਇਹ ਸੁਣ ਕੇ ਉਹ ਸਮਝ ਗਈ ਕਿ ਮੈਨੂੰ ਸਾਰੇ ਸੱਚ ਦਾ ਪਤਾ ਲੱਗ ਗਿਆ ਹੈ ਤੇ ਉਹ ਉੱਚੀ ਆਵਾਜ਼ ਵਿੱਚ ਬੋਲੀ ਕਿ ਹਾਂ, ਮੈਂ ਰਾਜੀਵ ਦੀ ਪਤਨੀ ਹਾਂ। ਮੈਂ ਮਾਂ ਨਹੀਂ ਬਣ ਸਕਦੀ, ਇਸ ਲਈ ਉਸ ਦਾ ਵਿਆਹ ਤੇਰੇ ਨਾਲ ਕਰਵਾਇਆ ਸੀ ਕਿਉਂਕਿ ਉਹ ਚਾਹੁੰਦੇ ਸਨ ਕਿ ਉਹਦਾ ਆਪਣਾ ਬੱਚਾ ਹੋਵੇ। ਪਰ ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਵੀ ਕੁੜੀ ਰਾਜੀਵ ਦੇ ਬੱਚੇ ਨੂੰ ਜਨਮ ਦੇਵੇ ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਹਰ ਵਾਰੀ ਤੇਰੇ ਬੱਚੇ ਨੂੰ ਵੀ ਮੈਂ ਹੀ ਦਵਾਈ ਦੇ ਕੇ ਮਾਰਿਆ ਤੇ ਹੁਣ ਤੈਨੂੰ ਵੀ ਮਾਰ ਦੇਣਾ। ਇਹ ਸੁਣ ਕੇ ਮੈਂ ਉੱਥੋਂ ਭੱਜ ਗਈ, ਪਰ ਉਸ ਨੇ ਮੈਨੂੰ ਫੜ ਲਿਆ ਤੇ ਕਮਰੇ ਵਿੱਚ ਬੰਦ ਕਰ ਦਿੱਤਾ। ਕਮਰੇ ਦੀ ਖਿੜਕੀ ਖੁੱਲੀ ਸੀ ਤੇ ਮੈਂ ਉੱਥੋਂ ਭੱਜ ਕੇ ਆਪਣੇ ਘਰੇ ਚਲੇ ਗਈ। ਫਿਰ ਸ਼ਾਮ ਨੂੰ ਮੈਨੂੰ ਖਬਰ ਮਿਲੀ ਕਿ ਸੁਨੀਤਾ ਤੇ ਰਾਜੀਵ ਮੇਰੀ ਫੋਟੋ ਲੈ ਕੇ ਮੈਨੂੰ ਲੱਭ ਰਹੇ ਸੀ ਕਿ ਸੜਕ ਪਾਰ ਕਰਨ ਲੱਗਿਆਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ। ਇਸ ਲਈ ਜੇ ਕੋਈ ਕਿਸੇ ਨਾਲ ਮਾੜਾ ਕਰਦਾ ਹੈ ਤਾਂ ਬੁਰਾ ਸੋਚਦਾ ਹੈ ਤਾਂ ਉਸ ਨਾਲ ਵੀ ਇੱਕ ਨਾ ਇੱਕ ਦਿਨ ਮਾੜਾ ਜ਼ਰੂਰ ਹੁੰਦਾ ਹੈ। ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।